ਚੋਣਾਂ ਇੱਕ ਜੰਗ ਹੈ। ਜੰਗ ਜਿੱਤਣ ਦੇ ਆਪਾਂ ਪੰਜਾਬ ਦੇ 117 ਮੋਰਚਿਆਂ ਚੋਂ 20 ਮੋਰਚੇ ਲੜ ਰਹੇ ਹਾਂ। ਕਿ ਉਹ ਸਮਝੌਤਾ ਕਿਵੇਂ ਸਿਰੇ ਚੜਿਆ ਵੀ ਸਿਰਫ 20 ਤੇ ਹੀ, ਕਿਉਂਕਿ 117 ਦੇ ਉੱਤੇ ਲੜਦੇ ਸੀਗੇ, ਫਿਰ 20 ਤੇ ਕਿਵੇਂ ਆ ਕੇ ਟਿਕ ਗਿਆ? ਅਸੀਂ 20 ਚੋਂ 20 ਦਾ ਜਿੱਤਣ ਦਾ ਵੀ ਤਾਂ ਪ੍ਰੋਗਰਾਮ ਬਣਾਇਆ ਨਾ। 117 ਲੜਾਂਗੇ ਤੇ 0 ਤੇ ਰਹਿ ਜਾਈਏ, ਇਹਨਾਂ ਨਾਲੋਂ 20 ਲੜ ਕੇ 20 ਜਿਤਾ ਲਓ, ਅੱਛੇ ਨਹੀਂ? ਜਦੋਂ ਹੁਣ ਉਮੀਦਵਾਰਾਂ ਨੂੰ ਜ਼ੋਰ ਫੜਾਉਣਾ ਚਾਹੀਦਾ, ਉਹਨਾਂ ਦੇ ਵਿੱਚ ਜੋਸ਼ ਭਰਨਾ ਚਾਹੀਦਾ, ਤੁਸੀਂ ਇੱਕ ਮੈਸੇਜ ਦੇ ਦਿੰਦੇ ਹੋ ਵੀ ਰਿਵਿਊ ਹੋਊਗਾ, ਬਦਲੇ ਵੀ ਜਾ ਸਕਦੇ। ਕਹਿੰਦੇ ਅਕਾਲੀ ਦਲ ਬੀਐਸਪੀ ਦੇ ਨਾਲ ਠੱਗੀ ਮਾਰ ਗਿਆ ਸੀਟਾਂ ਦੇ ਵਿੱਚ ਵੀ। ਬਹੁਜਨ ਸਮਾਜ ਪਾਰਟੀ ਦੀ ਇਹ ਮਜਬੂਰੀ ਸੀ ਕਿ ਪਿਛਲੇ ਲੰਬੇ ਸਮੇਂ ਤੋਂ ਇੱਥੋਂ ਪਾਰਟੀ ਦਾ ਕੇਡਰ ਉਸ ਤਰੀਕੇ ਨਾਲ ਨਹੀਂ ਉੱਠ ਸਕਿਆ ਜਿਸ ਤਰੀਕੇ ਨਾਲ ਉੱਠਣਾ ਚਾਹੀਦਾ ਸੀ। ਉਸ ਤਰੀਕੇ ਨਾਲ ਬੂਸਟ ਅਪ ਨਹੀਂ ਹੋ ਪਾਇਆ ਔਰ 25 ਸਾਲਾਂ ਤੋਂ ਵਿਧਾਨ ਸਭਾ ਦੇ ਵਿੱਚ 0 ਚੱਲ ਰਹੀ ਹੈ। 97 ਦੇ ਵਿੱਚ ਲਾਸਟ ਐਮਐਲਏ ਜਿੱਤਿਆ ਸੀ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦਾ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਕਈ ਪਾਰਟੀਆਂ ਦੇ ਸਮੀਕਰਨ ਵੀ ਬਦਲੇ ਨੇ। ਜਿੱਥੇ ਅਕਾਲੀ ਦਲ ਪਹਿਲਾਂ ਬੀਜੇਪੀ ਦੇ ਨਾਲ ਰਲ ਕੇ ਮੈਦਾਨ 'ਚ ਨਿੱਤਰਦੀ ਸੀ, ਤਾਂ ਉੱਥੇ ਹੀ ਹੁਣ ਅਕਾਲੀ ਦਲ ਦੇ ਵੱਲੋਂ ਬੀਐਸਪੀ ਦੇ ਨਾਲ ਹੱਥ ਮਿਲਾਇਆ। ਬੀਐਸਪੀ ਦੀ ਕਿਸ ਤਰੀਕੇ ਦੀ ਤਿਆਰੀ ਹੈ, ਇਸ ਦੇ ਉੱਤੇ ਥੋੜ੍ਹੀ ਜਿਹੀ ਮੈਂ ਝਾਤ ਮਰਵਾਉਣੀ ਚਾਹੁੰਦਾ ਕਿ ਕੁਝ ਦਿਨ ਰਹਿ ਗਏ ਨੇ ਉਮੀਦਵਾਰਾਂ ਨੂੰ ਉਹਨਾਂ ਦੇ ਨਾਮਾਂਕਨ ਪੱਤਰ ਦਾਖਲ ਕਰਨ ਦੇ ਵਿੱਚ। ਬੀਐਸਪੀ ਅਜੇ ਵੀ ਕੈਂਡੀਡੇਟਾਂ ਨੂੰ ਲੈ ਕੇ ਸਸਪੈਂਸ ਕ੍ਰੀਏਟ ਕਰ ਰਹੀ ਹੈ, ਕਿਤੇ ਨਾ ਕਿਤੇ ਸੈਟੀਸਫਾਈ ਨਹੀਂ ਲੱਗ ਰਹੀ। ਕੀ ਕਾਰਨ ਹੈ? ਕਿਉਂਕਿ ਬੀਤੇ ਦਿਨੀ ਬੀਐਸਪੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਹੜੀ ਹੋਰਾਂ ਦਾ ਇੱਕ ਬਿਆਨ ਵੀ ਬਦਲਿਆ ਕਿ ਇੱਕ ਰਿਵਿਊ ਮੀਟਿੰਗ ਕੀਤੀ ਜਾਵੇਗੀ, ਉਸ ਤੋਂ ਬਾਅਦ ਇੱਕ ਹੋਰ ਲਿਸਟ ਜਾਰੀ ਕੀਤੀ ਜਾਵੇਗੀ। ਹਾਲਾਂਕਿ 20 ਉਮੀਦਵਾਰ ਇਹਨਾਂ ਨੇ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ। ਗੜੀ ਸਾਹਿਬ ਸਾਡੇ ਨਾਲ ਨੇ। ਗੜੀ ਸਾਹਿਬ, ਸਵਾਗਤ ਹੈ ਤੁਹਾਡਾ ਹਮਦਰਦ ਟੀਵੀ ਤੇ। ਪਹਿਲਾ ਸਵਾਲ ਮੇਰਾ, ਸੈਟੀਸਫਾਈ ਨਹੀਂ ਹੋਏ ਉਮੀਦਵਾਰਾਂ ਤੋਂ? ਸਭ ਤੋਂ ਪਹਿਲਾਂ ਹਮਦਰਦ ਟੀਵੀ ਦੀ ਪੂਰੀ ਮੈਨੇਜਮੈਂਟ ਟੀਮ ਤੇ ਦਰਸ਼ਕਾਂ ਦਾ ਮੈਂ ਸ਼ੁਕਰੀਆ ਅਦਾ ਕਰਦਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ। ਜਿਹੜਾ ਸਵਾਲ ਸੁਖਵਿੰਦਰ ਜੀ ਤੁਹਾਡਾ, ਰਾਜਨੀਤੀ ਦਾ ਉਦੇਸ਼, ਮੈਦਾਨੀ ਜੰਗ ਦਾ ਉਦੇਸ਼ ਜੰਗ ਜਿੱਤਣਾ ਹੁੰਦਾ। ਚੋਣਾਂ ਇੱਕ ਜੰਗ ਹੈ। ਜੰਗ ਜਿੱਤਣ ਦੇ ਆਪਾਂ ਪੰਜਾਬ ਦੇ 117 ਮੋਰਚਿਆਂ ਚੋਂ 20 ਮੋਰਚੇ ਲੜ ਰਹੇ ਹਾਂ। 20 ਮੋਰਚਿਆਂ ਦੇ ਉੱਤੇ ਸਾਡੇ ਲਗਾਏ ਹੋਏ ਮਾਨਯੋਗ ਭੈਣ ਕੁਮਾਰੀ ਮਾਇਆਵਤੀ ਜੀ ਵੱਲੋਂ ਹਲਕਾ ਇੰਚਾਰਜਾਂ ਦੀ ਕੀ ਕਾਰਗੁਜ਼ਾਰੀ ਆ, ਕਿ ਕਿੱਥੋਂ ਤੱਕ ਉਹਨਾਂ ਨੇ ਕੰਮ ਕੀਤਾ, ਬੂਥ ਕਮੇਟੀ, ਸੈਕਟਰ ਕਮੇਟੀ, ਹਰ ਚੀਜ਼ ਦਾ ਰਿਵਿਊ ਹੁੰਦਾ ਆ। ਜੇ ਉਹ ਰਿਵਿਊ ਜੇ ਕਿਸੇ ਦਾ ਕੋਈ ਕਮੀ ਕਮਜ਼ੋਰੀ ਕਿਤੇ ਆਉਂਦੀ ਆ ਨਜ਼ਰ, ਤਾਂ ਉਹ ਜ਼ਰੂਰ ਸਾਡਾ ਵੀ ਨੈਤਿਕ ਡਿਊਟੀ ਆ ਕਿ ਅਸੀਂ ਆਪਣੀ ਪਾਰਟੀ ਹਾਈ ਕਮਾਂਡ ਤੱਕ ਪੁੱਜਦਾ ਕਰੀਏ। ਔਰ ਪਾਰਟੀ ਹਾਈ ਕਮਾਂਡ ਦਾ ਫੈਸਲਾ ਹੀ ਆਖਰੀ ਫੈਸਲਾ ਹੁੰਦਾ ਹੈ ਕਿ ਉਹਨਾਂ ਨੇ ਟਿਕਟ ਜਿਹੜੀ ਆ ਕਿਸ ਨੂੰ ਦੇਣੀ ਹੈ। ਉਮੀਦਵਾਰ ਤਾਂ ਤੁਸੀਂ ਲਗਭਗ 20 ਉਮੀਦਵਾਰ ਮੈਦਾਨ ਦੇ ਵਿੱਚ ਉਤਾਰੇ ਨੇ, ਫਿਰ ਦਿਨ ਤਾਂ ਵਿੱਚ ਕੁਝ ਵੀ ਨਹੀਂ ਰਹਿ ਗਏ। ਜਦੋਂ ਹੁਣ ਉਮੀਦਵਾਰਾਂ ਨੂੰ ਜ਼ੋਰ ਫੜਾਉਣਾ ਚਾਹੀਦਾ, ਉਹਨਾਂ ਦੇ ਵਿੱਚ ਜੋਸ਼ ਭਰਨਾ ਚਾਹੀਦਾ, ਤੁਸੀਂ ਇੱਕ ਮੈਸੇਜ ਦੇ ਦਿੰਦੇ ਹੋ ਵੀ ਰਿਵਿਊ ਹੋਊਗਾ, ਬਦਲੇ ਵੀ ਜਾ ਸਕਦੇ। ਲੱਗਦਾ ਨਹੀਂ ਨੁਕਸਾਨ ਕਰ ਦੂਗਾ ਫਿਰ ਪਾਰਟੀ? ਨਹੀਂ, ਅਸੀਂ ਜਿਹੜਾ ਹੈਗਾ ਇਹਦੇ 'ਚ ਸਪਸ਼ਟ ਹੈਗਾ, ਜਿੰਨੇ ਵੀ ਹਲਕਾ ਇੰਚਾਰਜ ਪਹਿਲਾਂ ਲਗਾਏ ਨੇ ਉਹ ਸਾਰੇ ਸੰਭਾਵੀ ਉਮੀਦਵਾਰ ਨੇ। ਔਰ ਖੁਸ਼ੀ ਦੀ ਗੱਲ ਇਹ ਆ, ਸਾਰਿਆਂ ਨੇ ਜਿਸ ਤਰੀਕੇ ਨਾਲ ਮੋਰਚਾ ਸਾਂਭਿਆ ਹੋਇਆ, ਉਹ ਸਾਰਿਆਂ ਨੂੰ ਹੀ ਮੈਂ ਵਧਾਈ ਦਿੰਦਾ ਆ। ਬੜੇ ਅੱਛੇ ਤਰੀਕੇ ਨਾਲ ਲੱਗੇ ਹੋਏ ਆ। ਕੱਲ੍ਹ ਵੀ ਸਾਡੀ 4-5 ਘੰਟੇ ਲਗਾਤਾਰ ਇੱਥੇ ਜਿਹੜੀ ਆ ਉਹ ਪੰਜਾਬ ਦੇ ਹਾਲਾਤਾਂ 'ਤੇ ਰਿਵਿਊ ਮੀਟਿੰਗ ਵੀ ਅਸੈਂਬਲੀ ਵਾਈਜ਼ ਚੱਲੀ, ਮੰਥਨ ਮੀਟਿੰਗਾਂ ਵੀ ਚੱਲੀਆਂ। ਅੱਜ ਵੀ ਪਾਰਟੀ ਦੀ ਜਿਹੜੀ ਸਟੇਟ, ਜ਼ੋਨ ਔਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਤੱਕ ਦੀ ਮੁੱਖ ਲੀਡਰਸ਼ਿਪ ਹੈ ਉਹ ਆਈ ਹੋਈ ਆ। ਔਰ ਅੱਜ ਵੀ ਵਿਚਾਰ ਮੰਥਨ ਲਗਾਤਾਰ ਚੱਲੇਗਾ। ਟੀਚਾ ਇੱਕੋ ਹੀ ਆ, ਜੰਗ ਜਿੱਤਣਾ, ਔਰ ਜੰਗ ਜਿੱਤਾਂਗੇ ਜ਼ਰੂਰ ਇਸ ਵਾਰੀ। ਜਿਹੜੀ 20 ਤਰੀਕ ਦੀ ਮੀਟਿੰਗ ਰੱਖੀ ਹੈ ਨਾ, 21 ਤਰੀਕ ਤੋਂ ਪੇਪਰ ਨੋਮੀਨੇਸ਼ਨ ਜਿਹੜੇ ਆ ਉਹ ਸ਼ੁਰੂ ਹੋ ਜਾਣੀ ਆ। 20 ਤਰੀਕ ਦੀ ਮੀਟਿੰਗ ਦਾ ਕੀ ਏਜੰਡਾ ਕੀ ਹੈ? ਉਸ ਦਿਨ ਕੀ ਕਰੋਗੇ? ਕੀ ਜਿਹੜੇ ਲੋਕ ਹੁਣ ਮੈਦਾਨ ਦੇ ਵਿੱਚ ਜਿਨ੍ਹਾਂ ਨੇ ਵੱਡੇ ਵੱਡੇ ਹੋਰਡਿੰਗ ਲਗਾ ਦਿੱਤੇ ਨੇ, ਉਹ ਹੋਰਡਿੰਗ ਬਦਲ ਸਕਦੇ ਨੇ? ਤਸਵੀਰਾਂ ਬਦਲ ਸਕਦੀਆਂ ਨੇ ਹੋਰਡਿੰਗ? ਨਹੀਂ, 20 ਦੀ ਕੋਈ ਮੀਟਿੰਗ ਨਹੀਂ ਰੱਖੀ ਹੈਗੀ। ਮੀਟਿੰਗਾਂ ਤਾਂ ਕੱਲ੍ਹ ਸੀਗੀ, ਅੱਜ ਹੈ, ਕੱਲ੍ਹ ਨੂੰ ਵੀ ਆ। ਕੱਲ੍ਹ ਚੰਡੀਗੜ੍ਹ ਹੈ, ਕੱਲ੍ਹ ਪੂਰੇ ਪੰਜਾਬ ਦੇ ਅਸੀਂ 117 ਕੈਂਡੀਡੇਟ ਜਿਹੜੇ ਆ ਉਹ ਬੁਲਾਏ ਆ। ਦੋਨੋਂ ਪਾਰਟੀਆਂ ਦੇ ਸ਼ਾਮਲ ਹੋਣਗੇ, ਸਾਡੇ ਵੀ 20 ਵਿੱਚ ਬੈਠਣਗੇ ਔਰ ਲੱਗੇ ਹੋਏ ਆ। ਤੁਸੀਂ ਮੋਰੇ ਨਤੀਜਾ ਦੇਖਿਓ ਕਿੱਦਾਂ ਜ਼ਬਰਦਸਤ ਨਤੀਜਾ ਆਏਗਾ। ਅੱਛਾ ਗੜੀ ਸਾਹਿਬ, ਬੜੀਆਂ ਚਰਚਾਵਾਂ ਚੱਲੀਆਂ, ਕਹਿੰਦੇ ਅਕਾਲੀ ਦਲ ਬੀਐਸਪੀ ਦੇ ਨਾਲ ਠੱਗੀ ਮਾਰ ਗਿਆ ਸੀਟਾਂ ਦੇ ਵਿੱਚ ਵੀ। ਕੀ ਲੱਗ ਰਿਹਾ ਹੈ ਇਹ ਚਰਚਾਵਾਂ ਛਿੜੀਆਂ ਕਿਉਂ? ਕਿਤੇ ਧੂੰਆਂ ਉੱਠਿਆ ਤਾਂ ਫਿਰ ਗੱਲਾਂ ਹੋ ਗਈਆਂ ਸ਼ੁਰੂ, ਹੋਇਆ ਇੱਦਾਂ ਲੱਗਦਾ ਤੁਹਾਨੂੰ? ਨਹੀਂ, ਅਸਲ 'ਚ ਸਮਝੌਤਾ ਲੈਣ ਦੇਣ ਦਾ ਹੁੰਦਾ ਆ। ਸਮਝੌਤਾ
ਜਦੋਂ ਵੀ ਹੁੰਦਾ ਮਜਬੂਰੀਆਂ 'ਚ ਹੁੰਦਾ। ਮਜ਼ਬੂਤ ਲੋਕ ਬੀਐਸਪੀ ਦੀ ਕੀ ਮਜਬੂਰੀ? ਮਜ਼ਬੂਤ ਲੋਕ ਕਦੇ ਵੀ ਸਮਝੌਤਾ ਨਹੀਂ ਕਰਦੇ। ਬਹੁਜਨ ਸਮਾਜ ਪਾਰਟੀ ਦੀ ਇਹ ਮਜਬੂਰੀ ਸੀ ਕਿ ਪਿਛਲੇ ਲੰਬੇ ਸਮੇਂ ਤੋਂ ਇੱਥੋਂ ਪਾਰਟੀ ਦਾ ਕੇਡਰ ਉਸ ਤਰੀਕੇ ਨਾਲ ਨਹੀਂ ਉੱਠ ਸਕਿਆ ਜਿਸ ਤਰੀਕੇ ਨਾਲ ਉੱਠਣਾ ਚਾਹੀਦਾ ਸੀ, ਉਸ ਤਰੀਕੇ ਨਾਲ ਬੂਸਟ ਅਪ ਨਹੀਂ ਹੋ ਪਾਇਆ। ਔਰ 25 ਸਾਲਾਂ ਤੋਂ ਵਿਧਾਨ ਸਭਾ ਦੇ ਵਿੱਚ ਜ਼ੀਰੋ ਚੱਲ ਰਹੀ ਆ। 97 ਦੇ ਵਿੱਚ ਲਾਸਟ ਐਮਐਲਏ ਜਿੱਤਿਆ ਸੀ। ਉਸ ਤੋਂ ਬਾਅਦ ਮੈਨੂੰ ਲੱਗਦਾ ਵੀ 6 ਇਲੈਕਸ਼ਨ 98, 99, 4, 9, 14, 19 ਇਹ ਜਿਹੜੇ ਇਲੈਕਸ਼ਨ ਲੋਕ ਸਭਾ ਦੇ ਹੋਏ ਆ। ਔਰ 2002, 7, 12 ਤੇ 17 ਇਹ ਵਿਧਾਨ ਸਭਾਵਾਂ ਦੇ ਹੋਏ ਆ। ਇਹ 9-10 ਇਲੈਕਸ਼ਨਾਂ 'ਚ ਪਾਰਟੀ ਦਾ ਖਾਤਾ ਨਹੀਂ ਖੋਲ੍ਹਣਾ ਇੱਕ ਵੱਡੀ ਮਜਬੂਰੀ ਆ। ਪਾਰਟੀ ਕੇਡਰ ਪਿਛਲੇ ਲੰਬੇ ਸਮੇਂ ਤੋਂ ਇੰਨਾ ਜ਼ੋਰ ਬਿਨਾਂ ਰਿਜ਼ਲਟਾਂ ਤੋਂ ਲਾ ਕੇ ਸਾਨੂੰ ਵੀ ਲੱਗਦਾ ਸੀ ਕਿ ਥੱਕ ਗਿਆ ਸੀ। ਭੈਣ ਕੁਮਾਰੀ ਮਾਇਆਵਤੀ ਜੀ ਰਾਸ਼ਟਰੀ ਪ੍ਰਧਾਨ ਹੈ, ਪੰਜਾਬ ਦੇ ਇੰਚਾਰਜ ਸ਼੍ਰੀ ਬੈਨੀਵਾਲ ਜੀ ਆ, ਉਹਨਾਂ ਨਾਲ ਬੜੀ ਗਹਿਰਾਈ ਨਾਲ ਇਹ ਗੱਲਾਂ ਡਿਸਕਸ ਕੀਤੀਆਂ। ਔਰ ਪੰਜਾਬ ਦੇ ਲੋਕਾਂ ਦੀ ਮੰਗ 'ਤੇ ਕਿ ਬਸਪਾ ਕਿਸੇ ਨਾ ਕਿਸੇ ਪਾਰਟੀ ਨਾਲ ਸਮਝੌਤੇ 'ਚ ਜਾਵੇ, ਤਾਂ ਬਹੁਜਨ ਸਮਾਜ ਪਾਰਟੀ ਨੇ ਸੂਬੇ ਦੀ ਸਭ ਤੋਂ ਮਜ਼ਬੂਤ ਪਾਰਟੀ ਜਿਸ ਨੇ ਆਜ਼ਾਦੀ ਦੇ ਨੰਬਰ 'ਤੇ ਰਹੀ ਸੀ ਪਿਛਲੇ ਵਾਰ, ਜਿਸ ਨੇ ਆਜ਼ਾਦੀ ਦੇ 74 ਸਾਲਾਂ 'ਚ 9 ਮੁੱਖ ਮੰਤਰੀ ਦਿੱਤੇ ਔਰ ਸਟੇਟ ਦੀ ਸਿੰਗਲ ਲਾਰਜੈਸਟ ਪਾਰਟੀ ਆ। 2019 ਦੇ ਵਿੱਚ ਵੀ ਸੈਕੰਡ ਲਾਰਜੈਸਟ ਪਾਰਟੀ ਆ। 25% ਵੋਟਾਂ ਸ਼੍ਰੋਮਣੀ ਅਕਾਲੀ ਦਲ ਕੋਲ ਹੈ। ਔਰ 2017 ਦੇ ਵਿੱਚ ਵੀ ਸੈਕੰਡ ਲਾਰਜੈਸਟ ਪਾਰਟੀ ਆ। 25% ਵੋਟਾਂ, 19 'ਚ 27%। ਤਾਂ ਅਸੀਂ ਸੈਕੰਡ ਲਾਰਜੈਸਟ ਪਾਰਟੀ ਨਾਲ ਸਮਝੌਤਾ ਕੀਤਾ ਔਰ ਇਹ ਪਾਰਟੀ ਇਹਨੂੰ ਠੱਗੀ ਨਹੀਂ ਮੰਨਦੀ, ਇਹਨੂੰ ਸਮਝੌਤਾ ਹੀ ਮੰਨਦੀ ਆ। ਸਮਝੌਤਾ ਜੰਗ ਜਿੱਤਣ ਲਈ ਆ। ਕੈਂਡੀਡੇਟ ਨਹੀਂ ਸੀ ਇੰਨੀ ਚਿਰ ਤਾਂ ਕੰਮ ਕਰ ਰਹੇ ਸੀਗੇ ਤੁਸੀਂ, ਬਹੁਤ ਸਾਰੀਆਂ ਸੀਟਾਂ ਦੇ ਉੱਤੇ ਆਪਾਂ ਇੱਥੇ ਵੀ ਦੇਖਿਆ। ਟਾਂਡੇ ਹਲਕੇ ਦੀ ਗੱਲ ਕਰ ਲਈਏ, ਅਕਾਲੀ ਦਲ ਦਾ ਹੀ ਚਿਹਰਾ ਲਿਆ ਕੇ ਤੁਸੀਂ ਬੀਐਸਪੀ ਦੇ ਵਿੱਚ ਪਹਿਲੇ ਦਿਨ ਹੀ ਜੁਆਇਨ ਕਰਾਉਂਦੇ ਹੋ, ਉਹਨੂੰ ਕੈਂਡੀਡੇਟ ਬਣਾ ਦਿੰਦੇ ਹੋ ਬੀਐਸਪੀ ਦਾ। ਤਾਂ ਤੁਹਾਨੂੰ ਨਹੀਂ ਲੱਗਦਾ ਚਿਹਰਿਆਂ ਦੀ ਕਮੀ ਸੀਗੀ ਤੁਹਾਡੀ ਪਾਰਟੀ ਦੇ ਕੋਲ, ਬੰਦੇ ਨਹੀਂ ਸੀਗੇ, ਤਾਂ ਅਕਾਲੀ ਦਲ ਦਾ ਸਹਾਰਾ ਇੱਥੋਂ ਤੱਕ ਵੀ ਲੈਣਾ ਪੈ ਗਿਆ? ਨਹੀਂ ਸੁਖਵਿੰਦਰ ਜੀ, ਪਾਰਟੀ ਤਾਂ 117 ਵੀ ਲੜਾਉਂਦੀ ਰਹੀ ਆ। ਦੇਸ਼ ਦਾ ਪ੍ਰਧਾਨ ਮੰਤਰੀ ਅੱਜ ਭਾਰਤੀ ਜਨਤਾ ਪਾਰਟੀ ਦਾ ਆ ਔਰ ਭਾਰਤੀ ਜਨਤਾ ਪਾਰਟੀ ਨੇ ਪਿਛਲੇ 25 ਸਾਲਾਂ 'ਚ 5 ਵਾਰੀ ਦੇਸ਼ ਨੂੰ ਪ੍ਰਧਾਨ ਮੰਤਰੀ ਦਿੱਤਾ। 13 ਦਿਨ ਦਾ ਵਾਜਪਾਈ, 13 ਮਹੀਨਿਆਂ ਦਾ ਵਾਜਪਾਈ ਔਰ 5 ਸਾਲ ਦਾ ਵਾਜਪਾਈ, 4.5 ਸਾਲ ਇੰਡੀਆ ਸ਼ਾਈਨਿੰਗ। ਆ 2 ਵਾਰੀ ਮੋਦੀ ਸਾਹਿਬ ਨੇ। 117 ਤਾਂ ਉਹਨਾਂ ਨੂੰ ਨਹੀਂ ਲੱਭ ਰਹੇ ਪੰਜਾਬ 'ਚ ਜਿਨ੍ਹਾਂ ਦੇ ਪਿਛਲੇ 25 ਸਾਲਾਂ 'ਚ ਅਕਾਲੀ ਦਲ ਦੇ ਲਗਾਤਾਰ ਜਾ ਰਹੇ ਨੇ ਉਧਰ, ਕਾਂਗਰਸ ਦੇ ਵੱਡੇ ਚਿਹਰੇ ਲਗਾਤਾਰ ਬੀਜੇਪੀ ਦੇ ਪਿਛਲੇ 25 ਸਾਲਾਂ 'ਚ ਭਾਰਤੀ ਜਨਤਾ ਪਾਰਟੀ ਦੇ ਘੱਟੋ ਘੱਟ 14 ਸੂਬਿਆਂ 'ਚ ਸਰਕਾਰ ਬਣਾਈ ਆ। ਬਹੁਜਨ ਸਮਾਜ ਪਾਰਟੀ ਨੇ ਪਿਛਲੇ 25 ਸਾਲਾਂ 'ਚ 4 ਵਾਰੀ ਹਕੂਮਤ ਸਿਰਫ ਉੱਤਰ ਪ੍ਰਦੇਸ਼ ਦੀ ਬਣਾਈ ਆ। ਔਰ ਬਹੁਜਨ ਸਮਾਜ ਪਾਰਟੀ ਹਮੇਸ਼ਾ 117 ਕੈਂਡੀਡੇਟ ਦਿੰਦੀ ਰਹੀ ਆ। 2017 ਦੇ ਵਿੱਚ ਵੀ ਅਸੀਂ 115 ਕੈਂਡੀਡੇਟ ਦਿੱਤੇ, 2012 ਦੇ ਵਿੱਚ ਵੀ ਅਸੀਂ 111 ਕੈਂਡੀਡੇਟ ਦਿੱਤੇ, ਇਸੇ ਤਰ੍ਹਾਂ 2007 ਦੇ ਵਿੱਚ ਵੀ ਅਸੀਂ 117 ਕੈਂਡੀਡੇਟ ਦਿੱਤੇ ਔਰ 2002 ਦੇ ਵਿੱਚ ਅਸੀਂ 88 ਕੈਂਡੀਡੇਟ ਦਿੱਤੇ। ਕੈਂਡੀਡੇਟਾਂ ਦਾ ਬਸਪਾ ਕੋਲ ਕੋਈ ਕਾਲ ਨਹੀਂ। ਬਸਪਾ ਕੋਲ ਅੱਜ ਵੀ ਕੈਂਡੀਡੇਟਾਂ ਦੀਆਂ ਧਾਕਾਂ ਸੀ। ਹਰ ਸੀਟ ਤੇ ਘੱਟੋ ਘੱਟ 15-15, 20 ਐਪਲੀਕੇਸ਼ਨਾਂ ਸੀ। ਤੁਸੀਂ ਟਾਂਡਾ ਸੀਟ ਦੀ ਉਦਾਹਰਨ ਦਿੱਤੀ ਆ। ਟਾਂਡੇ ਸੀਟ ਤੋਂ ਬਹੁਜਨ ਸਮਾਜ ਪਾਰਟੀ ਦਾ ਪੂਰਾ ਢਾਂਚਾ, ਚਾਹੇ ਉਹ ਬਸਪਾ ਦਾ ਸੀ, ਚਾਹੇ BVF ਦਾ ਸੀ, ਚਾਹੇ ਲੇਡੀਜ਼ ਦਾ ਸੀ, ਚਾਹੇ ਬਾਮਸੇਫ ਦਾ ਸੀ, ਉਹਨਾਂ ਸਾਰਿਆਂ ਨੇ ਇੱਕ ਮੁਸ਼ਤ ਹੋ ਕੇ ਕਿਹਾ ਕਿ ਸਾਨੂੰ ਆ ਕੈਂਡੀਡੇਟ ਦੇ ਦਿਓ। ਜੋ ਹਲਕੇ ਵਾਲਿਆਂ ਨੇ ਮੰਗਿਆ ਦੇਤਾ। ਮਜਬੂਰੀ ਤਾਂ ਨਹੀਂ ਸੀਗੀ ਵੀ ਉੱਥੇ ਆਪਣੇ ਕੋਲ? ਨੋ ਐਂਡ ਨੈਵਰ। ਬਸਪਾ ਹੀ ਇੱਕ ਇਹੋ ਜਿਹੀ ਪਾਰਟੀ ਆ ਜਿਹੜੀ ਕਦੇ ਵੀ ਕਿਸੇ ਵੀ ਹਾਲਾਤ 'ਚ ਮਜਬੂਰ ਨਹੀਂ ਹੁੰਦੀ, ਹਮੇਸ਼ਾ ਮਜਬੂਰੀ ਵਾਲੇ ਹਾਲਾਤਾਂ ਦਾ ਵੀ ਮਜ਼ਬੂਤੀ ਨਾਲ ਟੱਕਰਾ ਕਰਦੀ ਹੈ। ਗੜੀ ਸਾਹਿਬ, ਤੁਸੀਂ ਕਿਹਾ ਵੀ ਇੱਕ ਬਹੁਤ ਮਜ਼ਬੂਤ ਧਿਰ ਦੇ ਨਾਲ ਰਲੇਵਾਂ ਕੀਤਾ ਸੀ ਕਿਉਂਕਿ ਫਾਈਟ ਲੜਨੀ ਸੀਗੀ। ਮਜ਼ਬੂਤ ਧਿਰ ਦੀ ਜਿਹਦੀ ਗੱਲ ਕਰਦੇ ਹੋ, ਤੀਜੇ ਨੰਬਰ 'ਤੇ ਰਹੀ ਪਿਛਲੀਆਂ ਚੋਣਾਂ ਦੇ ਵਿੱਚ। 2017 ਦੀ ਗੱਲ ਕਰ ਰਿਹਾ ਮੈਂ। ਹੁਣ ਅਕਾਲੀ ਦਲ ਦੇ ਸਹਾਰੇ ਤੇ ਬੀਐਸਪੀ ਤਰਨਾ ਚਾਹੁੰਦੀ ਹੈ, ਇਹੀ ਕਹਿਣਾ ਹੋਇਆ ਫਿਰ ਤੁਹਾਡਾ? ਸਮਝੌਤੇ ਦੇ ਵਿੱਚ ਖੱਬਾ ਧੋਵੇ ਸੱਜੇ ਨੂੰ ਤੇ ਸੱਜਾ ਧੋਵੇ ਖੱਬੇ ਨੂੰ, ਦੋਨੋਂ ਹੀ ਤਰਨਾ ਚਾਹੁੰਦੇ ਆ। ਰਾਜਨੀਤੀ ਦੀ ਬਤਰਣੀ ਇਹਨੂੰ ਪਾਰ ਕਰਨ ਦੇ ਲਈ ਬਸਪਾ ਤਾਂ ਅੱਜ ਤੱਕ ਕਦੇ ਸਮਝੌਤੇ 'ਚ ਨਹੀਂ ਸੀ ਗਈ, ਤਾਂ ਪਹਿਲੀ ਵਾਰ ਗਈ ਆ। ਇਸ ਕਰਕੇ ਗਈ ਆ ਕਿ ਜੋ ਕਾਂਗਰਸ ਨੇ ਪਿਛਲੇ 5 ਸਾਲਾਂ 'ਚ ਪੰਜਾਬ ਦਾ ਸੱਤਿਆਨਾਸ਼ ਕੀਤਾ, ਜੋ ਪੰਜਾਬ ਨੂੰ ਬੁਰੀ ਤਰ੍ਹਾਂ ਲੁੱਟਿਆ ਪਛਾੜਿਆ
ਔਰ ਆਮ ਆਦਮੀ ਪਾਰਟੀ ਨੇ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਇੱਕ ਧੰਦੂਕਰਾ ਬਣਾ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਔਰ ਜਿੱਦਾਂ ਹਮਲਾਵਰ ਪੰਜਾਬ ਤੇ ਆ ਕੇ ਕਬਜ਼ਾ ਕਰਦੇ ਰਹੇ, ਇਸੇ ਤਰ੍ਹਾਂ ਇਹ ਅਰਵਿੰਦ ਕੇਜਰੀਵਾਲ ਜੀ ਨਾਗਪੁਰ ਦੇ ਹੱਥਾਂ 'ਚ ਖੇਡ ਕੇ ਪੰਜਾਬ ਨੂੰ ਰਗੜਨਾ ਕੁਚਲਣਾ ਚਾਹੁੰਦੇ ਆ। ਇਹਨਾਂ ਦੋਹਾਂ ਪਾਰਟੀਆਂ ਨੂੰ ਰੋਕਣ ਲਈ ਬਹੁਜਨ ਸਮਾਜ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਗੱਠਜੋੜ ਕੀਤਾ ਤਾਂ ਜੋ ਇੱਥੇ ਦਸ਼ਮੇਸ਼ ਪਿਤਾ ਦਾ ਵੀ ਸੁਪਨਾ ਪੂਰਾ ਹੋਵੇ। ਇਨ ਗਰੀਬ ਸਿੱਖਣ ਕੋ ਦੂੰ ਪਾਤਸ਼ਾਹੀ ਜਿਹੜੀ ਗਰੀਬਾਂ ਦੇ ਸਿਰਾਂ ਤੇ ਕਲਗੀ ਸਜਦੀ ਰਹੀ ਆ, ਬਾਬੇ ਨਾਨਕ ਦਾ ਵੀ ਸੁਪਨਾ ਪੂਰਾ ਹੋਵੇ ਜਿੱਥੇ ਮਲਕ ਭਾਗੋਆਂ ਨੂੰ ਠੁੱਡ ਪੈਂਦੀ ਆ, ਮਾਲ ਪੂੜਿਆਂ ਨੂੰ ਠੁੱਡ ਪੈਂਦੀ ਆ ਔਰ ਭਾਈ ਲਾਲੋਆਂ ਦੇ ਕੋਧਰੇ ਦੀਆਂ ਰੋਟੀਆਂ ਖਾਧੀਆਂ ਜਾਂਦੀਆਂ ਔਰ ਜਿੱਥੇ ਪਹਿਲੀ ਪਾਤਸ਼ਾਹੀ ਨੇ ਫਰਮਾਇਆ ਸੀ ਨੀਚਾ ਅੰਦਰ ਨੀਚ ਜਾਤ, ਨੀਚਾ ਹੂੰ ਅਤੀ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਰਦਾ ਤੇਰੀ ਬਖਸ਼ੀਸ਼। ਔਰ ਬਹੁਜਨ ਸਮਾਜ ਪਾਰਟੀ ਪੰਜਾਬ ਦੀ ਪਾਰਟੀ ਆ, ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਾਰਟੀ ਆ, ਬਣੀ ਹੋਈ ਦੋਨੋਂ ਪੰਜਾਬੀ ਪਾਰਟੀਆਂ ਦਾ ਮੇਲ ਹੋਇਆ। ਇੱਕ ਨੈਸ਼ਨਲ ਪਾਰਟੀ ਆ, ਇੱਕ ਖਿੱਤੇ ਦੀ ਪਾਰਟੀ ਆ ਔਰ ਦੋਨੋਂ ਪਾਰਟੀਆਂ ਗੁਰੂਆਂ ਮਹਾਂਪੁਰਸ਼ਾਂ ਦੇ ਮਿਸ਼ਨ ਔਰ ਵਿਚਾਰਧਾਰਾ ਨੂੰ ਲੈ ਕੇ ਚੱਲਣ ਵਾਲੀਆਂ ਪਾਰਟੀਆਂ। ਇਹ ਜਿਹੜਾ ਸਮਝੌਤਾ ਆ ਇਹ ਇੱਕ ਦੂਜੇ ਨੂੰ ਤਾਰਨ ਲਈ ਨਹੀਂ, ਦੋ ਵਿਚਾਰਧਾਰਾਵਾਂ ਦਾ ਸਮਝੌਤਾ ਆ, ਸਿਧਾਂਤਕ ਸਮਝੌਤਾ ਆ। ਬੇਅਦਬੀ ਦੇ ਮਾਮਲੇ ਦੀ ਧਾਰਮਿਕ ਤੌਰ ਦੇ ਉੱਤੇ ਤੁਸੀਂ ਕਹਿ ਰਹੇ ਹੋ ਵੀ ਧਰਮ ਨੂੰ ਪਾਰਟੀ ਪ੍ਰਮੁੱਖ ਰੱਖਦੀ ਹੈ, ਮੁੱਖ ਰੱਖਦੀਆਂ, ਦੋਨੇ ਤਰ੍ਹਾਂ ਇਸ ਪਾਸੇ ਨੂੰ ਸੋਚਦੀਆਂ ਨੇ, ਚੰਗਾ ਸੋਚਦੀਆਂ ਨੇ, ਤਾਂ ਬੇਅਦਬੀ ਦਾ ਮੁੱਦਾ ਅਜੇ ਵੀ ਅਕਾਲੀ ਦਲ ਦੇ ਗਲ ਤੋਂ ਨਹੀਂ ਲੈ ਰਿਹਾ। ਅੱਜ ਵੀ ਇਲਜ਼ਾਮ ਅਕਾਲੀ ਦਲ ਦੇ ਉੱਤੇ ਲੱਗਦੇ ਨੇ, ਤਾਂ ਲੱਗਦਾ ਨਹੀਂ ਤੁਹਾਨੂੰ ਵੀ ਜਿਹੜੀ ਪਹਿਲਾਂ ਹੀ ਪਾਰਟੀ ਇੰਨੇ ਜੰਜਾਲ ਦੇ ਵਿੱਚ ਫਸੀ ਹੋਈ ਸੀ ਉਹਦੇ ਨਾਲ ਰਲੇਵਾਂ ਕਰ ਲਿਆ, ਉਹਦਾ ਹੋਰ ਕਿਤੇ ਨੁਕਸਾਨ ਨਾ ਹੋ ਜਾਏ ਪਾਰਟੀ ਨੂੰ, ਬੀਐਸਪੀ ਨੂੰ? ਨੇ ਬੀਐਸਪੀ ਦਾ ਜਿੰਨਾ ਨੁਕਸਾਨ ਹੋਣਾ ਸੀ ਹੋ ਚੁੱਕਾ ਆ। ਬੀਐਸਪੀ ਤਾਂ ਹੁਣ ਫਾਇਦੇ ਵੱਲ ਜਾ ਰਹੀ ਆ ਔਰ ਜਿਹੜੇ ਹਾਲਾਤ ਵਾ ਜੰਜਾਲ ਹੀ ਤਾਂ ਕਿਸੇ ਨੂੰ ਸਮਝੌਤੇ ਲਈ ਮਜਬੂਰ ਕਰਦੇ ਆ, ਅਤੇ ਜੇ ਇਹੋ ਜਿਹੇ ਜੰਜਾਲ ਪਏ ਆ ਤਾਂ ਸਮਝੌਤਾ ਹੋ ਗਿਆ। ਜੇ ਬੰਦਾ ਖੁਦ ਹੀ ਮਜ਼ਬੂਤ ਹੋਵੇ ਸਮਝੌਤਾ ਨਹੀਂ ਹੁੰਦਾ। ਜੰਜਾਲਾਂ 'ਚੋਂ ਨਿਕਲਿਆ ਸਮਝੌਤਾ। ਔਰ ਜਿਹੜੀ ਗੱਲ ਬੇਅਦਬੀ ਦੀ ਆ, ਅਸੀਂ ਇਹ ਸਿੱਖ ਜਗਤ ਨੂੰ ਕਹਿਣਾ ਚਾਹੁੰਦੇ ਆ, ਮਾਨੇਵਰ ਸਾਹਿਬ ਕਾਸ਼ੀ ਰਾਮ ਜੀ ਨੇ ਤਾਂ ਅੰਦੋਲਨ ਚਲਾਇਆ, ਸਿੱਖ ਸਮਾਜ ਦਾ ਹਿੱਤ, ਬਹੁਜਨ ਸਮਾਜ ਦਾ ਸੁਰੱਖਿਅਤ। ਮਾਨੇਵਰ ਕਾਸ਼ੀ ਰਾਮ ਜੀ ਨੇ ਤਾਂ ਇਸੇ ਬੈਨਰ ਥੱਲੇ ਲੁਧਿਆਣੇ 1999 'ਚ ਬਹੁਤ ਵੱਡੀ ਰੈਲੀ ਕੀਤੀ ਸੀ। ਮਾਨੇਵਰ ਸਾਹਿਬ ਕਾਸ਼ੀ ਰਾਮ ਜੀ ਨੇ ਤਾਂ ਸਿੱਖ ਧਰਮ 'ਤੇ ਹਮਲਾ ਕਰਨ ਵਾਲੇ, ਸਿੱਖ ਲੋਕਾਂ 'ਤੇ ਹਮਲਾ ਕਰਨ ਵਾਲੇ ਰਾਜੀਵ ਗਾਂਧੀ ਦੇ ਖਿਲਾਫ ਅਮੇਠੀ ਤੋਂ ਕਾਗਜ਼ ਭਰੇ ਔਰ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਦੇ ਖਿਲਾਫ 1999 ਦੇ ਵਿੱਚ ਦਿੱਲੀ ਜਾ ਕੇ ਕਾਗਜ਼ ਭਰੇ ਔਰ ਦਿੱਲੀ ਵਾਲੀ ਸੀਟ ਤੋਂ ਤਾਂ ਸਾਈਕਲ 'ਤੇ ਚੱਲਣ ਵਾਲਾ ਸਾਹਿਬ ਕਾਸ਼ੀ ਰਾਮ ਗਰੀਬਾਂ 'ਚ ਪੈਦਾ ਹੋਇਆ, 90,000 ਵੋਟ ਲੈ ਗਿਆ ਸੀ। ਬਹੁਜਨ ਸਮਾਜ ਪਾਰਟੀ ਹਮੇਸ਼ਾ ਹੀ ਕਾਂਗਰਸ ਔਰ ਭਾਜਪਾ ਦੀ ਵਿਰੋਧੀ ਰਹੀ ਆ। ਅੱਜ ਸ਼੍ਰੋਮਣੀ ਅਕਾਲੀ ਦਲ ਵੀ ਕਾਂਗਰਸ ਔਰ ਭਾਜਪਾ ਦੇ ਵਿਰੋਧ 'ਚ ਖੜਾ। ਦੋਹਾਂ ਪਾਰਟੀਆਂ ਦੀ ਸੋਚ ਇੱਕ ਹੋਣ ਕਰਕੇ ਭੈਣ ਕੁਮਾਰੀ ਮਾਇਆਵਤੀ ਜੀ ਰਾਸ਼ਟਰੀ ਨੇਤਾ ਬਹੁਜਨ ਸਮਾਜ ਪਾਰਟੀ ਔਰ ਕੌਮੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਮਾਨਯੋਗ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ, ਦੋਹਾਂ ਆਗੂਆਂ ਨੇ ਸਮਝੌਤਾ ਕੀਤਾ ਆ ਔਰ ਅਸੀਂ ਚੰਗੇ ਨਤੀਜੇ ਦੇਵਾਂਗੇ। ਅੱਛਾ, ਜਿਵੇਂ ਚਰਨਜੀਤ ਸਿੰਘ ਚੰਨੀ ਕਹਿੰਦੇ ਨੇ ਵੀ ਆਮ ਆਦਮੀ ਮੈਂ ਉਸ ਵਰਗ ਨੂੰ ਰਿਪਰੈਜ਼ੈਂਟ ਕਰ ਦਿੱਤਾ, ਕਾਂਗਰਸ ਨੇ ਮੈਨੂੰ ਇੰਨੀ ਵੱਡੀ ਪਾਵਰ ਦੇ ਦਿੱਤੀ ਜਿਹੜਾ ਅੱਜ ਤੱਕ ਦੱਬਿਆ ਕੁਚਲਿਆ, ਆਪਾਂ ਵੀ ਇਹ ਸ਼ਬਦ ਵਰਤਦੇ ਹਾਂ ਵੀ ਧੱਕੇ ਹੁੰਦੇ ਨੇ, ਤਾਂ ਉਹ ਕਹਿੰਦੇ ਅਸੀਂ ਤਾਂ ਸੀਐਮ ਬਣਾ ਦਿੱਤਾ, ਕਾਂਗਰਸ ਕਹਿੰਦੀ ਹੈ। ਫਿਰ ਕਹਿੰਦੇ ਬਹੁਜਨ ਸਮਾਜ ਪਾਰਟੀ ਜਾਂ ਅਕਾਲੀ ਦਲ ਕੀ ਦਾਅਵੇ ਕਰ ਰਹੀ ਹੈ, ਕਿਹੜੀਆਂ ਗੱਲਾਂ ਦੇ ਨਾਲ ਹੁਣ ਇਸ ਸਮਾਜ ਨੂੰ ਫਿਰ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਨੇ? ਦੇਖੋ, ਕਾਂਗਰਸ ਨੇ ਜਿਹੜਾ 99 ਦਿਨਾਂ ਦਾ ਮੁੱਖ ਮੰਤਰੀ ਲਾਇਆ ਸੀ, ਅੱਜ ਜੇ ਕਾਂਗਰਸ ਸੱਚੀ ਹੁੰਦੀ, ਮੈਂ ਚੈਲੰਜ ਕਰਦਾ ਆ ਮਾਨਯੋਗ ਨਵਜੋਤ ਸਿੰਘ ਸਿੱਧੂ ਸਾਹਿਬ ਨੂੰ, ਕਾਂਗਰਸ ਦੇ ਪ੍ਰਧਾਨ ਨੇ ਪੰਜਾਬ ਦੇ, ਆਪਣਾ ਮੁੱਖ ਮੰਤਰੀ ਦਾ ਚਿਹਰਾ ਸ਼੍ਰੀ ਚਰਨਜੀਤ ਸਿੰਘ ਚੰਨੀ ਨੂੰ ਮੁੜ ਕੇ ਵੀ ਲਾਣ ਦੇਣ। 2-3 ਵਾਰੀ ਕਹਿ ਗਏ ਉਹਨਾਂ ਦੇ ਵੱਡੇ ਨੇਤਾ ਵੀ ਚਰਨਜੀਤ ਸਿੰਘ ਚੰਨੀ ਹੋਣ, ਇੱਕ ਵੀ ਨਹੀਂ ਕਹਿ ਕੇ ਗਿਆ, ਕਿਸੇ ਇੱਕ ਦਾ ਵੀ ਤੁਸੀਂ ਨਾਂ ਨਹੀਂ ਲੈ ਸਕਦੇ। ਔਰ ਮੈਂ ਚੈਲੰਜ ਮੈਂ ਨਵਜੋਤ ਸਿੰਘ ਸਿੱਧੂ ਸਾਹਿਬ ਨੂੰ ਕਹਿੰਦਾ, ਮੇਰਾ ਐਕਸੈਪਟ ਕਰਨ ਕਿ ਤੁਸੀਂ ਐਲਾਨ ਕਰੋ ਕਿ ਸ਼੍ਰੀ ਚਰਨਜੀਤ ਸਿੰਘ ਚੰਨੀ ਜੀ ਤੁਹਾਡੇ ਮੁੱਖ ਮੰਤਰੀ ਹੋਣਗੇ ਜੇ ਤੁਸੀਂ ਇੰਨੇ ਦਲਿਤ ਤੈਸ਼ੀ ਹੈ। ਦਬੇ ਕੁਚਲੇ ਵਰਗਾਂ ਦੇ, ਚਾਹੇ ਉਹ ਸ਼ਡਿਊਲ ਕਾਸਟ ਹੈ, ਚਾਹੇ ਬੈਕਵਰਡ ਹੈ, ਚਾਹੇ ਜਨਰਲ ਵਰਗਾਂ ਦੇ ਆ, ਉਹਨਾਂ ਦੀ ਨੁਮਾਇੰਦਗੀ ਇੱਕੋ ਹੀ ਇੱਕ ਪਾਰਟੀ ਬਹੁਜਨ ਸਮਾਜ ਪਾਰਟੀ ਕਰਦੀ ਆ। ਉਹਦਾ ਸਬੂਤ ਹੈ ਕਿ ਜਦੋਂ ਅਸੀਂ ਪਹਿਲੀ ਵਾਰੀ ਮੁੱਖ ਮੰਤਰੀ ਬਣਾਇਆ ਤਾਂ ਇੱਕ ਬੈਕਵਰਡ ਨੂੰ ਬਣਾਇਆ, OBC ਮੁਲਾਇਮ ਸਿੰਘ ਯਾਦਵ।
1993 'ਚ ਉੱਤਰ ਪ੍ਰਦੇਸ਼ ਦਾ। ਜਦੋਂ ਸਾਨੂੰ ਖੁਦ ਮੌਕਾ ਮਿਲਿਆ ਅਸੀਂ ਇੱਕ ਵਿਮਨ ਨੂੰ ਬਣਾਇਆ, ਇੱਕ ਔਰਤ ਨੂੰ ਬਣਾਇਆ, ਉਹ ਵੀ ਜਿਹੜੀ ਦਲਿਤ ਸਮਾਜ 'ਚੋਂ ਆਉਂਦੀ ਸੀ, ਸ਼ਡਿਊਲ ਕਾਸਟ ਸਮਾਜ 'ਚੋਂ ਆਉਂਦੀ ਸੀ, ਔਰ 4 ਵਾਰੀ ਬਣਾਇਆ ਪਾਰਟੀ ਨੇ। ਉਹ ਅੱਜ ਰਾਸ਼ਟਰੀ ਪ੍ਰਧਾਨ ਨੇ ਭੈਣ ਕੁਮਾਰੀ ਮਾਇਆਵਤੀ ਜੀ। ਜਿਹੜਾ ਕੰਮ ਬਹੁਜਨ ਸਮਾਜ ਪਾਰਟੀ ਅੱਜ ਤੋਂ 35 ਸਾਲ ਪਹਿਲਾਂ ਕਰ ਚੁੱਕੀ ਆ ਤੇ ਕਾਂਗਰਸ ਅੱਜ ਕਰ ਰਹੀ ਆ। ਕਾਂਗਰਸ ਨੇ ਤਾਂ 99 ਦਿਨ ਦਾ ਕੀਤਾ, ਅਸੀਂ ਤਾਂ 5 ਸਾਲ ਵੀ ਇੱਕ ਵਾਰੀ ਚਲਾਤੇ, 15 ਮਹੀਨੇ ਵੀ ਇੱਕ ਵਾਰੀ ਚਲਾਤੇ, 6 ਮਹੀਨੇ ਵੀ ਇੱਕ ਵਾਰੀ ਚਲਾਤੇ, 4.5 ਮਹੀਨੇ ਵੀ ਇੱਕ ਵਾਰੀ ਚਲਾਤੇ। ਜਦੋਂ ਵੀ ਮੌਕਾ ਮਿਲਿਆ, ਕਾਂਗਰਸ ਦੀ ਤਾਂ ਮਜਬੂਰੀ ਸੀ ਕਿ ਪੰਜਾਬ ਦੇ ਵਿੱਚ ਬਸਪਾ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਜਿਸ ਤਰੀਕੇ ਨਾਲ ਵੱਧ ਰਿਹਾ, ਕਾਂਗਰਸ ਦੀ ਰਾਜਨੀਤਿਕ ਮਜਬੂਰੀ ਸੀ ਕਿ ਉਹਨਾਂ ਨੇ ਆਪਣੇ ਸਿੱਧੂ, ਰੰਧਾਵੇ, ਜਾਖੜ ਅਤੇ ਬਾਜਵੇ ਉਹਨਾਂ ਨੂੰ ਪਿੱਛੇ ਧੱਕ ਕੇ ਇੱਕ ਦਲਿਤ ਨੂੰ ਬਣਾਇਆ। ਕਾਂਗਰਸ ਦੀ ਮਜਬੂਰੀ ਸੀ ਅਤੇ ਬਸਪਾ ਦੀ ਕਦੇ ਵੀ ਇੱਦਾਂ ਦੀ ਮਜਬੂਰੀ ਨਾ ਰਹੀ ਆ। ਬਸਪਾ ਦਾ ਔਰ ਕਾਂਗਰਸ ਦਾ ਅਸਲ ਔਰ ਨਕਲ ਦਾ ਮੁਕਾਬਲਾ ਆ। ਕਾਂਗਰਸ ਨਕਲ ਹੈ, ਬਸਪਾ ਅਸਲ ਹੈ। ਮਹਿਸੂਸ ਕੀ ਕਰ ਰਹੇ ਹੋ? ਪਹਿਲਾਂ ਵੀ ਇੰਨੀਆਂ ਚੋਣਾਂ ਲੜੀਆਂ, ਕਈ ਸਾਲ ਹੋ ਗਏ, ਪਾਰਟੀ ਇੱਕ ਵੀ ਸੀਟ ਲਿਜਾਣ ਦੇ ਵਿੱਚ ਕਾਮਯਾਬ ਨਹੀਂ ਹੋ ਪਾਈ। ਇਸ ਵਾਰ ਕੀ ਫ਼ਰਕ ਮਹਿਸੂਸ ਕਰ ਰਹੇ ਹੋ? ਗਰਾਊਂਡ 'ਤੇ ਜਾਂਦੇ ਹੋ, ਪਿੰਡਾਂ ਦੇ ਵਿੱਚ ਜਾਂਦੇ ਹੋ, ਅਕਾਲੀ ਦਲ ਦੇ ਨਾਲ ਜਦੋਂ BSP ਦਾ ਝੰਡਾ ਇਕੱਠਾ ਲੱਗਦਾ ਹੈ ਤਾਂ ਮਹਿਸੂਸ ਕੀ ਕਰ ਰਹੇ ਹੋ? ਸੁਖਵਿੰਦਰ ਜੀ, ਅੱਜ ਤੱਕ ਇੱਕ ਵੀ ਸੀਟ ਜਿੱਤ ਨਹੀਂ ਪਾਏ। ਉਹਦਾ ਕਾਰਨ ਸੀ ਕਿ ਬਸਪਾ ਜਦੋਂ ਵੀ ਪੰਜਾਬ 'ਚ ਲੜੀ ਆ, ਇਕੱਲੀ ਲੜੀ ਆ। ਸਾਡਾ 97 'ਚ ਮੁਕਾਬਲਾ ਹੋ ਗਿਆ। ਇੱਕ ਪਾਸੇ ਅਕਾਲੀ BJP ਸੀ, 2002 'ਚ ਸਾਡਾ ਮੁਕਾਬਲਾ ਹੋ ਗਿਆ। ਇੱਕ ਪਾਸੇ ਅਕਾਲੀ BJP ਸੀ, ਦੂਜੇ ਪਾਸੇ ਕਾਂਗਰਸ ਔਰ ਕਾਮਰੇਡ ਇਕੱਠੇ ਸੀ। ਗੱਠਜੋੜਾਂ ਦੇ ਮੁਕਾਬਲੇ 'ਚ ਅਸੀਂ ਇਕੱਲੇ ਲੜੇ, ਗੁਰੂ ਦੇ ਗਰੀਬ ਸਿੱਖ ਨਹੀਂ ਜਿੱਤ ਸਕੇ। 7 'ਚ ਵੀ ਇੱਦਾਂ ਹੀ ਸੀਗਾ, 12 'ਚ ਵੀ ਇੱਦਾਂ ਹੀ ਸੀਗਾ, 17 'ਚ ਵੀ ਸਾਡਾ ਗੱਠਜੋੜਾਂ ਨਾਲ ਮੁਕਾਬਲਾ ਹੋਇਆ। ਜਦੋਂ 2 ਭਲਵਾਨ ਇਕੱਠੇ ਹੋ ਕੇ ਲੜਨ ਅਤੇ ਜਿਹੜਾ ਆਲਰੇਡੀ ਹਜ਼ਾਰਾਂ ਸਾਲਾਂ ਤੋਂ ਕਮਜ਼ੋਰਾ ਭਲਵਾਨ ਹੈ, ਉਹ ਗੱਠਜੋੜਾਂ ਦਾ ਮੁਕਾਬਲਾ ਕਿਵੇਂ ਕਰੇਗਾ? ਅੱਜ ਸਾਨੂੰ ਮੌਕਾ ਮਿਲਿਆ ਗੱਠਜੋੜ ਬਣਾਉਣ ਦਾ, ਅਸੀਂ ਮਜ਼ਬੂਤ ਗੱਠਜੋੜ ਬਣਾਇਆ। ਅੱਜ ਨੀਲਾ ਜਿਹੜਾ ਦਸ਼ਮੇਸ਼ ਪਿਤਾ ਔਰ ਬਾਬਾ ਸਾਹਿਬ ਅੰਬੇਡਕਰ ਦਾ ਦਿੱਤਾ ਹੋਇਆ ਝੰਡਾ, ਨੀਲਾ ਰੰਗ ਸਭ ਤੋਂ ਪਹਿਲਾਂ ਦਸ਼ਮੇਸ਼ ਪਿਤਾ ਨੇ ਦਿੱਤਾ, ਵਿਸਾਖੀ 1999 ਦੀ, ਔਰ ਫਿਰ 1937 'ਚ ਬਾਬਾ ਸਾਹਿਬ ਅੰਬੇਡਕਰ ਨੇ ਵੀ ਇਹੀ ਰੰਗ ਦਿੱਤਾ, ਕ੍ਰਾਂਤੀ ਦਾ ਰੰਗ। ਔਰ ਪੀਲਾ ਰੰਗ ਵੀ ਪੰਥ ਦਾ ਰੰਗ। 1699, ਥੋੜ੍ਹਾ ਜਿਹਾ ਕਰੈਕਸ਼ਨ ਮੈਂ ਕਰ ਰਿਹਾ, ਸੌਰੀ 1699 ਵਿਸਾਖੀ ਵਾਲੇ ਦਿਨ, ਮਾਫੀ ਚਾਹੁੰਦਾ ਇਸ ਗੱਲ ਦੀ। ਅਤੇ ਨੀਲਾ ਅਤੇ ਪੀਲਾ ਇਹ ਦੋਨੋਂ ਕ੍ਰਾਂਤੀ ਦੇ, ਬਗਾਵਤ ਦੇ ਰੰਗ ਹੈ, ਗਰੀਬਾਂ ਦੇ, ਨਿਮਾਣੇ ਨਿਆਸਰੇ ਨਿਓਟੇ ਲੋਕਾਂ ਦੇ ਰੰਗ ਹੈ। ਅੱਜ ਮਜ਼ਦੂਰ ਅਤੇ ਕਿਸਾਨ ਇਕੱਠਾ ਹੋਇਆ, ਜਦੋਂ ਇਹ ਦੋਏ ਝੰਡੇ ਲਹਿਰਾਉਂਦੇ ਆ, ਪੰਥ ਦਾ ਵੀ ਖੂਨ ਵੱਧਦਾ, ਗਰੀਬਾਂ, ਨਿਮਾਣੇ ਨਿਆਸਰੇ ਮਜ਼ਦੂਰਾਂ ਦਾ ਵੀ ਖੂਨ ਵੱਧਦਾ, ਅਤੇ ਉਸ ਵਧੇ ਹੋਏ ਖੂਨ 'ਚੋਂ ਜਿੱਤ ਨਜ਼ਰ ਆਉਂਦੀ ਹੈ। ਲੀਡਰ ਥੱਲਾ ਖੁਸ਼ ਹੈ ਕਿਉਂਕਿ ਜਦੋਂ ਟਾਂਡੇ ਹਲਕੇ ਦੀ ਮੈਂ ਫਿਰ ਦੁਬਾਰਾ ਉਦਾਹਰਨ ਗੱਲ ਕਰਦਾ ਹੈ, ਜਦੋਂ ਇੱਕ ਪੈਰਾਸ਼ੂਟ ਲਿਆ ਕੇ ਤੁਸੀਂ ਵਿੱਚ ਪਾਰਟੀ 'ਚੋਂ ਸਿੱਧਾ ਉਹਨੂੰ ਨੁਮਾਇੰਦਗੀ ਦੇ ਦਿੰਦੇ ਹੋ, ਉਹਨੂੰ ਸਦਾ ਕੈਂਡੀਡੇਟ ਐਲਾਨ ਦਿੰਦੇ ਹੋ, ਤਾਂ ਥੱਲੜੇ ਬਹੁਤ ਸਾਰੇ ਲੋਕ ਸੀਗੇ ਜਿਹੜੇ ਕੰਮ ਕਰ ਰਹੇ ਹੋਣਗੇ ਲੰਮੇ ਸਮੇਂ ਤੋਂ। ਬੇਸ਼ੱਕ ਪਾਰਟੀ ਨਹੀਂ ਜਿੱਤੀ, ਪਰ ਪਾਰਟੀ ਦੇ ਨਾਲ ਪੱਕੇ ਵਫਾਦਾਰੀ ਦੇ ਨਾਲ ਜੁੜੇ ਹੋਊਗੇ, ਤਾਂ ਕੇਡਰ ਦੇ ਵਿੱਚ ਨਾਰਾਜ਼ਗੀ ਤਾਂ ਕਿਤੇ ਨਾ ਕਿਤੇ ਵੀ ਚਰਚਾਵਾਂ ਲਗਾਤਾਰ ਚੱਲਦੀਆਂ। ਬਹੁਜਨ ਸਮਾਜ ਪਾਰਟੀ ਦਾ ਇਹੀ ਪਲੱਸ ਪੁਆਇੰਟ ਹੈ ਕਿ ਬਸਪਾ ਦਾ ਕੇਡਰ ਭੈਣ ਕੁਮਾਰੀ ਮਾਇਆਵਤੀ ਜੀ ਦੇ ਆਦੇਸ਼ਾਂ 'ਚ ਬੱਝਿਆ ਰਹਿੰਦਾ ਆ। ਪਹਿਲਾਂ ਸਾਹਿਬ ਕਾਸ਼ੀ ਰਾਮ ਜੀ ਦੇ ਆਦੇਸ਼ਾਂ 'ਚ ਬੱਝਿਆ ਰਹਿੰਦਾ ਸੀ, ਅੱਜ ਵੀ ਚੱਲ ਰਿਹਾ। ਜਿਹੜੇ ਨਾਰਾਜ਼ ਹੁੰਦੇ ਆ ਉਹ ਕਿਸੇ ਨਾ ਕਿਸੇ ਰੂਪ 'ਚ ਕਾਂਗਰਸ ਭਾਜਪਾ ਦੇ ਟੱਚ 'ਚ ਪਹਿਲਾਂ ਹੀ ਹੁੰਦੇ ਆ, ਔਰ ਸਮੇਂ-ਸਮੇਂ 'ਤੇ ਬਹੁਜਨ ਸਮਾਜ ਪਾਰਟੀ ਆਪਣੀਆਂ ਮੀਟਿੰਗਾਂ 'ਚ ਉਹਨਾਂ ਨੂੰ ਬੇਨਕਾਬ ਕਰਦੀ ਰਹਿੰਦੀ ਹੈ ਸਮੇਂ-ਸਮੇਂ 'ਤੇ। ਔਰ ਜਦੋਂ ਵੀ ਇੱਦਾਂ ਦੇ ਅਨਸਰਾਂ ਨੂੰ ਪਾਰਟੀ ਬੇਨਕਾਬ ਕਰਦੀ ਰਹਿੰਦੀ ਆ, ਜਿਹੜੇ ਵਿੱਚ ਵੀ ਘੁੰਮਦੇ ਆ, ਉਹਨਾਂ ਬਾਰੇ ਵੀ ਪਾਰਟੀ ਆਮ ਵਰਕਰ ਕੇਡਰਾਂ ਨੂੰ ਕੁਛ ਨਾ ਕੁਛ ਇੰਜੈਕਟ ਕਰਦੀ ਰਹਿੰਦੀ ਹਲਕਾ ਫੁਲਕਾ, ਤਾਂ ਜੋ ਜਦੋਂ ਇੱਦਾਂ ਦੇ ਅਨਸਰ ਕਾਂਗਰਸ ਭਾਜਪਾ ਦੇ ਹੱਥਾਂ 'ਚ ਖੇਡਣ ਵਾਲੇ, ਉਹ ਜਦੋਂ ਬਗਾਵਤ ਕਰਨ, ਪੁੱਠਾ ਸਿੱਧਾ ਚੱਲਣ, ਅਤੇ ਕੇਡਰ ਉਹਨਾਂ ਦੇ ਨਾਲ ਨਾ ਜਾਵੇ। ਇਸੇ ਕਰਕੇ ਜੇ ਕੋਈ ਮਾੜਾ ਮੋਟਾ ਕਿਤੇ 1-ਅੱਧਾ% ਕੋਈ ਇੱਦਾਂ ਦਾ ਹੋਇਆ, ਅੱਜ ਉਹ ਇਕੱਲੇ ਹੀ ਨੇ। ਪਾਰਟੀ ਨੂੰ ਗੁੰਮਰਾਹ ਕਰਨ ਦੀ ਬੜਾ ਕੋਸ਼ਿਸ਼ ਕਰਦੇ ਨੇ, ਲੇਕਿਨ ਪਾਰਟੀ ਦਾ ਕੇਡਰ ਬੜਾ ਸੂਝਵਾਨ ਹੈ। ਕੇਡਰਾਈਜੇਸ਼ਨ ਇਸ ਤਰੀਕੇ ਦੀ ਆ ਪਾਰਟੀ ਦੀ, ਤੁਸੀਂ ਦੇਖੋ ਬਈ ਟਾਂਡਾ ਸੀਟ ਦੇ ਉੱਤੋਂ ਕਿਸ ਤਰੀਕੇ ਨਾਲ ਬੜਾ ਜ਼ਬਰਦਸਤ ਪ੍ਰਚਾਰ ਚੱਲ ਰਿਹਾ। ਦਸੂਏ ਤੋਂ ਅਸੀਂ ਬ੍ਰਾਹਮਣ ਭਾਈਚਾਰੇ ਨੂੰ ਟਿਕਟ ਦਿੱਤੀ ਆ, ਟਾਂਡੇ ਤੋਂ ਲਵਾਣਾ ਸਿੱਖ ਭਾਈਚਾਰਾ ਆ,
ਆ ਤੁਹਾਡੇ ਜਲੰਧਰ ਉੱਤਰੀ ਤੋਂ ਲਵਾਣਾ ਸਿੱਖ ਭਾਈਚਾਰਾ ਆ, ਸ਼੍ਰੀ ਅਨੰਦਪੁਰ ਸਾਹਿਬ ਤੋਂ ਰਾਮਗੜ੍ਹੀਆ ਤਰਖਾਣ ਭਾਈਚਾਰਾ ਮਿਸਤਰੀ ਭਾਈਚਾਰਾ ਆ, ਹੁਸ਼ਿਆਰਪੁਰ ਤੋਂ ਸਿੱਖ ਰਾਜਪੂਤ ਹੈ, ਦੀਨਾਨਗਰ ਔਰ ਭੋਏ ਤੋਂ ਮਹਾਸ਼ਾ ਭਾਈਚਾਰਾ ਆ, ਅੰਮ੍ਰਿਤਸਰ ਕੇਂਦਰੀ ਤੋਂ ਮਜ਼੍ਹਬੀ ਸਿੱਖ ਭਾਈਚਾਰਾ ਆ, ਔਰ ਬਸੀ ਪਠਾਣਾ ਤੋਂ ਵਾਲਮੀਕੀ ਭਾਈਚਾਰਾ ਆ। ਅਸੀਂ ਬਹੁਗਿਣਤੀ ਭਾਈ, ਸਾਡੇ ਕੋਲ 20 ਦਾ ਸੀਟਾਂ, ਅਸੀਂ 12-15 ਭਾਈਚਾਰਿਆਂ ਨੂੰ, ਹਰ ਜਾਤੀ ਹਰ ਧਰਮ ਨੂੰ ਨੁਮਾਇੰਦਗੀ ਦਿੱਤੀ ਆ। ਕਾਂਗਰਸ ਤਾਂ ਇਹ ਚਾਹੁੰਦੀ ਸੀਗੀ ਕਿ ਇਹ ਹਾਥੀ ਵਾਲੇ ਇੱਦਾਂ ਕਿਉਂ ਕਰਨ ਲੱਗ ਪਏ। ਹਾਥੀ ਵਾਲਿਆਂ ਨੂੰ ਤਾਂ ਆਪਣੇ ਗਰੀਬ ਵਰਕਰਾਂ ਨੂੰ ਟਿਕਟ ਦੇ ਕੇ ਇਹਨਾਂ ਦੇ ਕਾਂਗਰਸ ਭਾਜਪਾ ਦੇ ਸਾਹਮਣੇ ਖੜਾ ਕਰਦੇ, ਇਹ ਆਸਾਨੀ ਨਾਲ ਹਰਾ ਦਿੰਦੇ। ਇਹਨਾਂ ਨੇ ਮਜ਼ਬੂਤ ਪਲੇਅਰ ਕਿਉਂ ਸਾਡੇ ਸਾਹਮਣੇ ਖੜੇ ਕਰਤੇ। ਇਹ ਕਾਂਗਰਸ ਦੀ ਪਰੇਸ਼ਾਨੀ ਆ, ਇਹ ਆਮ ਆਦਮੀ ਪਾਰਟੀ ਦੀ ਪਰੇਸ਼ਾਨੀ ਆ। 17 ਤੇ ਲੜਨ ਵਾਲੇ 20 ਤੇ ਕਿਵੇਂ ਟਿਕ ਗਈ ਉਹ ਸਮਝੌਤਾ, ਕਿਵੇਂ ਸਿਰੇ ਚੜਿਆ ਵੀ ਸਿਰਫ 20 ਤੇ ਹੀ, ਕਿਉਂਕਿ 117 ਦੇ ਉੱਤੇ ਲੜਦੇ ਸੀਗੇ, ਫਿਰ 20 ਤੇ ਕਿਵੇਂ ਆ ਕੇ ਟਿਕ ਗਿਆ। ਜਦੋਂ ਦੇਸ਼ ਨੂੰ ਪਿਛਲੇ 25 ਸਾਲਾਂ 'ਚ 5 ਵਾਰੀ ਪ੍ਰਧਾਨ ਮੰਤਰੀ ਦੇਣੇ ਵਾਲੀ ਪਾਰਟੀ ਔਰ 14 ਸੂਬਿਆਂ 'ਚ ਪਿਛਲੇ 25 ਸਾਲਾਂ ਸਰਕਾਰ ਬਣਾਉਣ ਵਾਲੀ ਪਾਰਟੀ 23 ਸੀਟਾਂ ਤੇ ਲੜ ਸਕਦੀ ਆ, ਤੇ ਬਸਪਾ ਕਿਉਂ ਨਹੀਂ 20 ਤੇ ਲੜ ਸਕਦੀ? ਇਹਦਾ ਉੱਤਰ ਤੁਸੀਂ ਦੇ ਦਿਓ। ਚਲੋ ਉਹਨਾਂ ਦਾ ਪਹਿਲਾਂ ਰੇਮਾ ਚੱਲ ਰਿਹਾ ਸੀਗਾ, ਤੁਸੀਂ ਤਾਂ ਆਲਰੇਡੀ ਲੜਦੇ ਸੀਗੇ ਨਾ, ਤਾਂ ਸ਼ੁਰੂਆਤੀ ਉਹਨਾਂ ਦੀ ਤਈਆਂ ਦੇ ਨਾਲ ਚੱਲੀ ਜਾ ਰਹੀ ਸੀ। ਹਾਂ ਕੋਈ ਗੱਲ ਨਹੀਂ, ਅਸੀਂ 20 ਚੋਂ 20 ਦਾ ਜਿੱਤਣ ਦਾ ਵੀ ਤਾਂ ਪ੍ਰੋਗਰਾਮ ਬਣਾਇਆ ਨਾ। 117 ਲੜਾਂਗੇ ਤੇ 0 ਤੇ ਰਹਿ ਜਾਈਏ, ਇਹਨਾਂ ਨਾਲੋਂ 20 ਲੜ ਕੇ 20 ਜਿਤਾ ਲਓ, ਅੱਛੇ ਨਹੀਂ। ਇਸ ਕਰਕੇ ਅਸੀਂ ਬੜਾ ਸੌਖਾ ਜਿਹਾ ਸਮੀਕਰਨ ਬਣਾਇਆ ਕਿ 20 ਲੜਾਂਗੇ 20 ਜਿੱਤਾਂਗੇ ਗੱਠਜੋੜ 'ਚ। ਜਿਹੜੇ ਹੁਣ ਰਿਵਿਊ ਹੈ, ਕੁਝ ਸੀਟਾਂ ਦੀ ਸ਼ਫਲ ਵੀ ਹੋ ਸਕਦੀਆਂ ਨੇ, ਸੀਟਾਂ ਬੰਦੇ ਚਿਹਰੇ ਵੀ ਬਦਲੇ ਜਾ ਸਕਦੇ ਨੇ, ਤਾਂ ਜ਼ਰੂਰ ਥੋੜ੍ਹਾ ਜਿਹਾ ਸਪਸ਼ਟ ਕਰਿਓ, ਕਿਉਂਕਿ ਅਕਾਲੀ ਦਲ ਦੇ ਨਾਲ ਵੀ ਇਸ ਰਿਵਿਊ ਨੂੰ ਲੈ ਕੇ ਕੋਈ ਚਰਚਾ ਹੋਈ ਹੈ ਕਿ ਬੰਦੇ ਜਾਂ ਕੋਈ ਸੀਟ ਸ਼ਫਲ ਕੀਤੀ ਜਾ ਸਕੇ। ਦੇਖੋ, ਭੈਣ ਕੁਮਾਰੀ ਮਾਇਆਵਤੀ ਜੀ ਪੰਜਾਬ ਨੂੰ ਲੈ ਕੇ ਬਹੁਤ ਸੁਹਿਰਦ ਨੇ। ਉਹ ਬੜੀ ਬਰੀਕੀ ਦੇ ਨਾਲ, ਔਰ ਪੰਜਾਬ ਦੇ ਇੰਚਾਰਜ ਸਾਹਿਬ ਸ਼੍ਰੀ ਰਣਧੀਰ ਸਿੰਘ ਬੈਨੀਵਾਲ ਜੀ, ਸ਼੍ਰੀ ਵਿਪਲ ਕੁਮਾਰ ਜੀ, ਔਰ ਪੂਰੀ ਸਾਡੀ ਜਿਹੜੀ ਸਟੇਟ ਬੋਡੀ ਦੀ ਟੀਮ ਆ, ਉਹ ਕੱਲੀ ਸੀਟ ਦੇ ਉੱਤੇ ਜਾ ਕੇ ਖੁਦ ਵੀ ਰਿਵਿਊ ਕਰ ਰਹੇ ਆ। ਈਵਨ ਦੈਨ ਮੇਰੀ ਖੁਦ ਦੀ ਸੀਟ ਦਾ ਜਿਹੜਾ ਆ ਅੰਡਰ ਰਿਵਿਊ ਹੈਗਾ ਆ। ਪਾਰਟੀ ਕੋਲ ਮੌਕਾ ਬੜਾ ਗੋਲਡਨ ਚਾਂਸ ਆਏ ਆ। ਪਾਰਟੀ ਕਿਸੇ ਵੀ ਸੀਟ ਦੇ ਉੱਤੇ ਕਿਸੇ ਕੈਂਡੀਡੇਟ ਦੀ ਕਮਜ਼ੋਰੀ ਨੂੰ ਅੱਖਾਂ ਉਹਨੂੰ ਕਰਨੀ ਨਹੀਂ ਚਾਹੁੰਦੀ। ਜੇ ਕੋਈ ਇਦਾਂ ਦਾ ਮਾਮਲਾ ਪਾਰਟੀ ਦੇ ਰਿਵਿਊ 'ਚ ਆਉਂਦਾ ਆ ਤਾਂ ਪਾਰਟੀ ਵਿਲ ਟੇਕ ਡਿਸੀਜਨ। ਪ੍ਰਧਾਨ ਸਾਹਿਬ ਦੀ ਕੁਰਸੀ ਸੀਟ ਵੀ ਫਿਰ ਮਿਲ ਸਕਦੀ। ਵਾਈ ਨਾਟ? ਪ੍ਰਧਾਨ ਇਜ਼ ਆਲਸੋ ਦੀ ਪਾਰਟ ਆਫ ਕੇਡਰ। ਆਈ ਐਮ ਆਲਸੋ ਦੀ ਪਾਰਟ ਆਫ ਕੇਡਰ। ਮੈਂ ਵੀ ਪਾਰਟੀ ਦਾ ਉੱਦਾਂ ਦਾ ਹੀ ਹਾਂ ਜਿੱਦਾਂ ਦੇ ਬਾਕੀ 19 ਨੇ। ਜਿਸ ਤਰੀਕੇ ਦੇ ਨਾਲ ਕਾਂਗਰਸ ਪ੍ਰਚਾਰ ਕਰ ਰਹੀ ਹੈ, ਕਹਿੰਦੇ ਵੱਧ ਤੋਂ ਵੱਧ ਸਹੂਲਤਾਂ ਕਾਂਗਰਸ ਨੇ ਦਿੱਤੀਆਂ, ਖਾਸ ਤੌਰ ਤੇ ਸੀਐਮ ਚਰਨਜੀਤ ਸਿੰਘ ਚੰਨੀ ਕਹਿੰਦੇ ਅਸੀਂ ਦਿੱਤੀਆਂ, ਕਹਿੰਦੇ ਉਸ ਵਰਗ ਨੂੰ ਸਹੂਲਤਾਂ ਦਿੱਤੀਆਂ ਜਿਹੜਾ ਬਿਜਲੀ ਦੇ ਬਿੱਲ ਨਹੀਂ ਸੀ ਘਰ ਭਰ ਪਾਉਂਦਾ। ਬਿਜਲੀ ਟੋਟਲੀ ਕਹਿੰਦੇ ਸਸਤੀ ਕਰ ਦਿੱਤੀ, ਪੈਟਰੋਲ ਅਸੀਂ ਸਸਤਾ ਕੀਤਾ, ਡੀਜ਼ਲ ਅਸੀਂ ਸਸਤਾ ਕੀਤਾ, ਹਰ ਸਹੂਲਤ ਹਰ ਇਨਸਾਨ ਤੱਕ ਕਾਂਗਰਸ ਪਾਰਟੀ ਨੇ ਪਹੁੰਚਾਈ ਹੈ। ਦੇਖੋ, ਪਹਿਲਾਂ ਤਾਂ 36,000 ਮੁਲਾਜ਼ਮ ਕੱਚੇ ਪੱਕੇ ਕੀਤੇ, ਪੂਰੇ ਪੰਜਾਬ 'ਚ 5-7 ਕਰੋੜ ਦੇ ਬੋਰਡ ਲਾਏ, ਜ਼ੀਰੋ ਹੋ ਗਿਆ ਨਤੀਜਾ, ਜ਼ੀਰੋ ਹੋ ਗਿਆ, ਇੱਕ ਵੀ ਪੱਕਾ ਨਹੀਂ ਹੋ ਪਾਇਆ। ਫਿਰ ਇਹਨਾਂ ਨੇ ਜਿੰਨੀਆਂ ਭਰਤੀਆਂ ਕੱਢਣ ਦੀ ਗੱਲ ਕੀਤੀ, 1 ਲੱਖ ਨੌਕਰੀ ਦੀ, ਇਹ ਪਟਾਕੇ ਜਿਹੜਾ ਮੰਜੇ 'ਤੇ ਪਟਾਕੇ ਲਾਉਂਦਾ ਸੀ, ਇਹ ਗੱਲ ਕਰਦਾ ਸੀ ਮੁੱਖ ਮੰਤਰੀ ਕਿ ਮੈਂ 1 ਲੱਖ ਨੌਕਰੀਆਂ ਦੇਵਾਂਗਾ। ਮੈਂ ਟੈਂਟ ਲਾਇਆ, ਮੈਂ ਪਤਾ ਨਹੀਂ ਕਿਆ ਭੰਗੜਾ ਪਾਇਆ, ਪਤਾ ਨਹੀਂ ਕਿਆ ਕੀਤਾ, ਲੇਕਿਨ 1 ਲੱਖ ਨੌਕਰੀ 'ਚੋਂ ਇੱਕ ਵੀ ਮਤਲਬ ਸਿਰੇ 'ਤੇ ਨਹੀਂ ਚੜ੍ਹੀ ਜਿਹੜੀ ਡਿਲੀਵਰ ਹੋ ਗਈ ਹੋਵੇ ਕਿਸੇ ਨੂੰ। ਔਰ ਫਿਰ ਇਹਨਾਂ ਨੇ ਪੇ ਕਮਿਸ਼ਨ ਦਾ ਲਾਇਆ, ਉਹ ਵੀ ਵਿੱਚੇ ਫਸਿਆ ਆ। NHM ਸਿਹਤ ਮਿਸ਼ਨ ਕੰਮ ਅਧਿਆਪਕ, ਕੱਚੇ ਅਧਿਆਪਕ, ਅੱਜੇ ਮੈਨੂੰ 25,000-30,000 ਅਧਿਆਪਕਾਂ ਦੀ ਇੱਕ ਯੂਨੀਅਨ ਸੀ, ਉਹਦਾ ਫੋਨ ਆ ਰਿਹਾ ਸੀ ਕਿ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਅਤੇ ਉਹ ਵੀ ਸਾਨੂੰ ਪੱਕੇ ਨਹੀਂ ਕੀਤਾ। ਕੱਲ੍ਹ ਨੈਸ਼ਨਲ ਰਾਸ਼ਟਰੀ ਸਿਹਤ ਮਿਸ਼ਨ ਵਾਲੇ ਫੋਨ ਕਰਦੇ ਸੀਗੇ, ਅਸੀਂ ਜੀ ਹੁਣ ਚੋਣ ਜਾਬਤਾ ਲੱਗ ਗਿਆ, ਹੁਣ ਸਾਨੂੰ ਦੱਸੋ ਕੀ ਸਲਾਹ ਆ ਤੁਹਾਡੀ, ਕਿਆ ਕਰੀਏ, ਅਸੀਂ ਹੁਣ ਇੱਥੇ ਬੈਠੇ ਰਹੀਏ, ਕਿਆ ਕਰੀਏ। ਮਤਲਬ ਪੂਰੇ ਪੰਜਾਬ ਦਾ ਸੱਤਿਆਨਾਸ਼ ਕਰਤਾ। ਜਿੰਨੀਆਂ ਗਰਾਂਟਾਂ, ਜਿੰਨਾ ਪੈਸਾ ਇਹਨਾਂ ਨੇ ਐਲਾਨ ਕੀਤਾ, ਉਹ ਕਿਤੇ ਸਾਰਿਆਂ ਨੂੰ ਕਿੱਥੇ ਮਿਲ ਗਿਆ ਜੀ। ਇਹ ਕਾਂਗਰਸ ਦਾ ਇੱਕ ਉਹ ਜਿਹੜੀ ਕੈਪਟਨ ਦੀ ਐਂਟੀ ਇਨਕਮੈਸੀ ਖਤਮ ਕਰਨ ਦਾ ਸ਼ਗੂਫਾ ਸੀਗਾ 5 ਸਾਲ ਦੀ ਕਾਂਗਰਸ ਸਰਕਾਰ ਦਾ, ਉਹ ਇਹਨਾਂ ਦਾ ਫੇਲ ਹੋ ਗਿਆ। ਜੋ ਇਹਨਾਂ ਦੇ ਦੇਖੋ ਨਾ, 100 ਦਿਨਾਂ 'ਚ ਤਿੰਨ ਤਾਂ DGP ਬਦਲੇ ਗਏ। ਆਜ਼ਾਦੀ ਦੇ 74 ਸਾਲਾਂ 'ਚ ਕਦੇ ਨਹੀਂ ਹੋਇਆ, ਇੰਨੇ ਨਲੈਕੀ ਪੜਨਾ 3 ਮਹੀਨੇ ਲੰਘੇ ਆ। ਅਤੇ ਪੋਸਟ ਮੈਟ੍ਰਿਕ ਸਕੋਲਰਸ਼ਿਪ ਸਕੀਮ ਰੱਦ ਹੋ ਗਈ, ਖਤਮ ਹੋ ਗਈ। ਔਰ ਮਤਲਬ ਇਹ ਕਾਂਗਰਸ, ਆਮ ਆਦਮੀ ਪਾਰਟੀ, ਇਹ ਸਭ ਬੁਰਾ ਹਾਲ ਹੈ ਇਹਨਾਂ ਦਾ। ਜਿਵੇਂ ਦਿੱਗਜ ਲੀਡਰ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਕੇ ਗਏ ਨੇ ਆਪਣੀਆਂ ਪਾਰਟੀਆਂ ਦੇ ਲਈ, ਤਾਂ ਮਾਇਆਵਤੀ ਜੀ ਕਦੋਂ ਆ ਰਹੇ ਨੇ ਫਿਰ ਅੱਗੇ? ਕੁਝ ਹਾਲਾਂਕਿ 15 ਜਨਵਰੀ ਤੱਕ ਤਾਂ ਰੈਲੀ ਤੇ ਰੋਡ ਸ਼ੋਅ ਦੇ ਉੱਤੇ ਰੋਕ ਲਗਾ ਦਿੱਤੀ ਹੈ, ਕੋਈ ਇੱਦਾਂ ਦਾ ਪਲਾਨ ਸੀਗਾ ਪਹਿਲਾਂ, ਜਾਂ ਹੁਣ ਅੱਗੇ ਕੋਈ ਪਲਾਨ ਬਣ ਰਿਹਾ?
ਪਲਾਨ ਸੀਗਾ ਜੀ, ਲੇਕਿਨ ਕੋਵਿਡ ਦੇ ਹਾਲਾਤਾਂ ਕਰਕੇ ਸਾਰਾ ਹੀ ਕੁਛ ਨਾ ਕੁਛ ਹੋਈ ਜਾਂਦਾ। ਜਿੱਦਾਂ ਪਿੱਛੇ ਜੇ 14 ਦਸੰਬਰ ਦਾ ਮੋਗੇ ਰੈਲੀ 'ਚ ਵੀ ਆਉਣ ਦਾ ਉਹਨਾਂ ਦੀ ਕੰਸੋ ਬਣਦੀ ਸੀਗੀ, ਨਹੀਂ ਆ ਪਾਏ ਹੁਣ, ਲੇਕਿਨ ਇਲੈਕਸ਼ਨ ਡੂਰਿੰਗ ਦਾ ਇਲੈਕਸ਼ਨ ਕੰਪੇਨ ਤਾਂ ਜ਼ਰੂਰ ਆਉਣਗੇ। ਆਖਰੀ ਸਵਾਲ ਲਊਂਗਾ, ਬੀਐਸਪੀ ਕਿੰਨੀਆਂ ਸੀਟਾਂ ਜਿੱਤੂਗੀ ਇਸ ਵਾਰ? ਦੇਖੋ ਮੈਂ ਤਾਂ ਫਿਰ ਕਹਿ ਰਿਹਾ, ਅਸੀਂ ਤਾਂ ਪਹਿਲਾਂ ਹੀ ਕਹਿ ਰਹੇ ਕਿ ਅਸੀਂ ਤਾਂ 20 ਚੋਂ 20 ਜਿੱਤਣ ਦੀ ਤਿਆਰੀ ਕਰ ਰੱਖੇ ਹਾਂ, ਔਰ ਇਸ ਗੱਲ ਦਾ ਭਰੋਸਾ ਦਿੰਦੇ ਆ ਕਿ ਸੱਤਾ ਦੇ ਭਾਗੀਦਾਰ ਹੋਏਗੀ ਬਹੁਜਨ ਸਮਾਜ ਪਾਰਟੀ 2022 'ਚ। ਗੱਲਬਾਤ ਕਰਨ ਲਈ ਧੰਨਵਾਦ। ਤਾਂ ਇਹ ਸੀਗੇ ਜਸਬੀਰ ਸਿੰਘ ਗੜੀ, ਬੀਐਸਪੀ ਪੰਜਾਬ ਦੇ ਪ੍ਰਧਾਨ ਨੇ, ਔਰ ਬੇਬਾਕੀ ਦੇ ਨਾਲ ਹਰ ਸਵਾਲ ਦਾ ਜਵਾਬ ਦਿੱਤਾ ਹੈ, ਔਰ ਇੱਥੋਂ ਤੱਕ ਵੀ ਕਹਿ ਦਿੱਤਾ ਹੈ ਕਿ ਰਿਵਿਊ ਹੋਏਗੀ ਸੀਟਾਂ ਦੀ, ਟਿਕਟਾਂ ਦੀ। ਤਾਂ ਕਹਿੰਦੇ ਰਿਵਿਊ ਦੇ ਵਿੱਚ ਜੇਕਰ ਕਮਜ਼ੋਰ ਮੈਂ ਵੀ ਆਪਣੀ ਸੀਟ ਤੇ ਪਾਇਆ ਗਿਆ ਤਾਂ ਪਾਰਟੀ ਮੇਰੀ ਵੀ ਸੀਟ ਕੈਂਸਲ ਕਰ ਸਕਦੀ ਹੈ ਜਾਂ ਉਸ ਨੂੰ ਸ਼ਫਲ ਕਰ ਸਕਦੀ ਹੈ। ਫਿਲਹਾਲ ਕੈਮਰਾਮੈਨ ਨਰੇਸ਼ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ ਟੀਵੀ, ਜਲੰਧਰ।